ਹੈਲੋ ਫਰੈਂਡਸ, ਵੈਲਕਮ ਟੂ ਕੈਨੇਡੀਅਨ ਆਇਲਸ ਪਟਿਆਲਾ। ਅੱਜ ਦੀ ਵੀਡੀਓ ਵਿੱਚ ਅਸੀਂ ਰਾਈਟਿੰਗ ਟਾਸਕ 1 ਦਾ ਲਾਈਨ ਗ੍ਰਾਫ ਕੁਐਸਚਨ ਪਹਿਲਾਂ ਉਸ ਨੂੰ ਅੰਡਰਸਟੈਂਡ ਕਰਾਂਗੇ ਤੇ ਫਿਰ ਉਸ ਦਾ ਆਨਸਰ ਦੇਖਾਂਗੇ ਕਿਸ ਤਰ੍ਹਾਂ ਅਸੀਂ ਬੈਂਡ 7 ਪਲੱਸ ਵਾਲਾ ਆਨਸਰ ਦਿੱਤਾ ਹੈ। ਵੀਡੀਓ ਟੌਪਿਕ ਸਟਾਰਟ ਕਰਦੇ ਹਾਂ। ਇਹ ਵਾਲੇ ਸਾਡੇ ਜ਼ਰੂਰੀ ਸਟੈਪਸ ਨੇ ਤੇ ਇਹੀ ਵਾਲਾ ਸਟਰਕਚਰ ਅਸੀਂ ਫੋਲੋ ਕੀਤਾ ਹੈ ਆਨਸਰ ਕਰਨ ਲਈ। ਕੁਐਸਚਨ ਦੇਖਦੇ ਹਾਂ। The graph below shows information about the total oil consumption of four major consumers from 2009 to 2030। ਹੁਣ ਲਾਈਨ ਗ੍ਰਾਫ ਦੀ ਫਾਰਮ ਦੇ ਵਿੱਚ ਸਾਨੂੰ ਡਾਟਾ ਦਿੱਤਾ ਹੋਇਆ। ਇਹ ਸਾਡੀ ਕੁਐਸਚਨ ਦੀ ਸਟੇਟਮੈਂਟ ਹੋਗੀ ਫਸਟ ਵਾਲੀ ਲਾਈਨ, ਫਿਰ ਇੰਸਟਰਕਸ਼ਨਸ ਹੋ ਗਈਆਂ, ਦੈਨ ਡਾਟਾ ਸੋਰਸ। ਚਾਰ ਮੇਜਰ ਕੰਜ਼ਿਊਮਰਸ ਨੇ, ਉਹਨਾਂ ਦਾ ਡਾਟਾ ਦਿੱਤਾ ਹੋਇਆ ਕਿ ਉੱਥੇ ਕਿੰਨਾ ਆਇਲ ਕੰਜ਼ਿਊਮ ਹੋ ਰਿਹਾ ਹੈ 2009 ਤੋਂ ਲੈ ਕੇ 2030, 2009 ਤੋਂ 2030 ਤੱਕ ਦਾ ਡਾਟਾ ਹੈ। ਮੀਨਸ ਪਾਸਟ ਦਾ ਡਾਟਾ ਵੀ ਆ, ਪ੍ਰੈਜ਼ੈਂਟ ਦਾ ਵੀ ਆ ਤੇ ਫਿਊਚਰ ਦੀ ਪ੍ਰੈਡਿਕਸ਼ਨ ਵੀ ਆ। ਇਸ ਵੇ ਨਾਲ ਸਾਡੇ ਕੋਲੇ ਡਾਟਾ ਹੈ। ਸਮਰਾਈਜ਼ ਦਾ ਇਨਫੋਰਮੇਸ਼ਨ ਬਾਈ ਸਿਲੈਕਟਿੰਗ ਐਂਡ ਰਿਪੋਰਟਿੰਗ ਦਾ ਮੇਨ ਫੀਚਰਸ ਐਂਡ ਮੇਕ ਕੰਪੈਰੀਜ਼ਨਸ ਵੇਅਰ ਰੈਲੀਵੈਂਟ। ਇਸ ਨੂੰ ਅਸੀਂ ਸਮਰਾਈਜ਼ ਕਰਨਾ, ਐਸੇ ਲਿਖਾਂਗੇ, ਮੇਨ ਫੀਚਰਸ ਆਇਡੈਂਟੀਫਾਈ ਕਰਾਂਗੇ ਤੇ ਜਿੱਥੇ ਜਿੱਥੇ ਜ਼ਰੂਰੀ ਹੋਏਗਾ ਡਾਟਾ ਦਾ ਕੰਪੈਰੀਜ਼ਨ ਵੀ ਕਰਾਂਗੇ ਤੇ ਐਟਲੀਸਟ 150 ਵਰਡਸ ਦਾ ਸਾਡਾ ਆਨਸਰ ਹੋਏਗਾ, ਉਸ ਤੋਂ ਜ਼ਿਆਦਾ ਹੀ ਹੋਏਗਾ। ਫਸਟ ਪਹਿਲਾਂ ਅਸੀਂ ਇੰਟਰੋ ਲਿਖਾਂਗੇ। ਇੰਟਰੋ ਦੇ ਵਿੱਚ ਕੀ ਕਰਦੇ ਹਾਂ, ਪੈਰਾਫਰੇਜ਼ ਦਾ ਕੁਐਸਚਨ ਸਟੇਟਮੈਂਟ, ਕੁਐਸਚਨ ਦੀ ਸਟੇਟਮੈਂਟ ਨੂੰ ਪੈਰਾਫਰੇਜ਼ ਕਰਾਂਗੇ। ਕੁਐਸਚਨ ਸਟੇਟਮੈਂਟ ਅਸੀਂ ਰੀਡ ਕਰ ਲਈ ਸੀ, ਇਸ ਨੂੰ ਪੈਰਾਫਰੇਜ਼ ਕਰਕੇ ਅਸੀਂ ਆਪਣੇ ਸ਼ਬਦਾਂ ਵਿੱਚ ਲਿਖਿਆ ਹੈ, ਥੋੜਾ ਚੇਂਜ ਕਰਕੇ ਵਰਡਿੰਗ। ਬਸ ਇਸ ਚੀਜ਼ ਦਾ ਧਿਆਨ ਰੱਖਿਆ ਕਿ ਮੀਨਿੰਗ ਸੇਮ ਹੋਣਾ ਚਾਹੀਦਾ ਕੁਐਸਚਨ ਦੀ ਸਟੇਟਮੈਂਟ ਦਾ ਤੇ ਜੋ ਲਾਈਨ ਅਸੀਂ ਲਿਖੀ ਆ ਉਸ ਦਾ। The given line graph illustrates the numbers for oil use in the US, China, the Middle East, Western Europe and Japan from 2009 to 2013। ਹੁਣ ਕੁਐਸਚਨ ਸਟੇਟਮੈਂਟ ਵਿੱਚ ਸਿਰਫ 4 ਮੇਜਰ ਕੰਜ਼ਿਊਮਰ ਦੱਸੇ ਸੀ, ਅਲੱਗ-ਅਲੱਗ ਰੀਜ਼ਨ, ਕਿਹੜੇ-ਕਿਹੜੇ ਏਰੀਆ ਸੀ, ਉਹ 4 ਏਰੀਆਜ਼ ਬਾਰੇ ਦੱਸਿਆ ਸੀ ਤੇ ਅਸੀਂ ਇੰਟਰੋ ਲਿਖਣ ਲਈ ਜਦੋਂ ਪੈਰਾਫਰੇਜ਼ਿੰਗ ਕੀਤੀ ਤਾਂ ਉਹਨਾਂ ਦੇ ਨੇਮ ਮੈਂਸ਼ਨ ਕੀਤੇ ਆ 4 ਅਲੱਗ-ਅਲੱਗ ਰੀਜ਼ਨਸ ਦੇ, US, ਚਾਈਨਾ, ਮਿਡਲ ਈਸਟ ਐਂਡ ਫੋਰਥ ਰੀਜ਼ਨ 2 ਇਕੱਠੇ ਕੀਤੇ ਹੋਏ ਆ, ਵੈਸਟਰਨ ਯੂਰਪ ਐਂਡ ਜਾਪਾਨ। ਇਹਨਾਂ ਨੂੰ ਕੰਬਾਈਨ ਕਰਕੇ ਲਿਖਿਆ ਹੋਇਆ। ਇਹ ਚਾਰੋਂ ਰੀਜ਼ਨਸ ਦੇ ਨੇਮ ਦੱਸ ਦਿੱਤੇ ਆ। ਅਸੀਂ ਨੇਮ ਅਸੀਂ ਪਿਕ ਕੀਤੇ ਆ ਕੁਐਸਚਨ ਦੇ ਵਿੱਚੋਂ, ਡਾਟਾ ਸੋਰਸ ਦੇ ਵਿੱਚੋਂ। ਜਦੋਂ ਅਸੀਂ ਸਾਰਾ ਕੁਐਸਚਨ ਐਨਾਲਾਈਜ਼ ਕੀਤਾ, ਡਾਟਾ ਸੋਰਸ ਇੱਥੇ ਨੀਚੇ 4 ਰੀਜ਼ਨਸ ਨੇ, US, ਚਾਈਨਾ, ਮਿਡਲ ਈਸਟ, ਵੈਸਟਰਨ ਯੂਰਪ ਐਂਡ ਜਾਪਾਨ। ਇਹਨਾਂ ਦੇ ਨਾਮ ਅਸੀਂ ਜਦੋਂ ਅਸੀਂ ਇੰਟਰੋ ਲਿਖੀ ਇੱਥੇ ਮੈਂਸ਼ਨ ਕਰ ਦਿੱਤੇ ਤਾਂ ਕਿ ਕੁਐਸਚਨ ਦੀ ਸਟੇਟਮੈਂਟ ਅਤੇ ਸਾਡੀ ਲਿਖੀ ਇੰਟਰੋਡਕਸ਼ਨ ਵਾਲੀ ਲਾਈਨ ਵਿੱਚ ਥੋੜਾ ਡਿਫਰੈਂਸ ਹੋਵੇ ਬਟ ਮੀਨਿੰਗ ਸੇਮ ਹੀ ਹੋਵੇ। ਸੋ ਕੁਐਸਚਨ ਦੀ ਸਟੇਟਮੈਂਟ ਨਾਲੋਂ ਅਸੀਂ ਥੋੜੇ ਜ਼ਿਆਦਾ ਵਰਡਸ ਐਡ ਕੀਤੇ ਆ ਤੇ ਇਸ ਤਰ੍ਹਾਂ ਅਸੀਂ ਇੰਟਰੋ ਲਿਖੀ ਆ ਤੇ ਦੋਨਾਂ ਦਾ ਮੀਨਿੰਗ ਸੇਮ ਹੀ ਆ। ਨੈਕਸਟ ਓਵਰਵਿਊ ਦੇ ਵਿੱਚ ਅਸੀਂ ਕੀ ਫੀਚਰਸ ਮੈਂਸ਼ਨ ਕਰਦੇ ਹਾਂ ਤੇ ਕੋਈ ਡਾਟਾ ਨਹੀਂ ਦਿੰਦੇ, ਉਸੀ ਵੇ ਨਾਲ ਅਸੀਂ ਓਵਰਵਿਊ ਲਿਖਿਆ। ਓਵਰਆਲ ਡਿਸਪਾਈਟ ਦਾ US ਕੰਜ਼ਿਊਮਿੰਗ ਦਾ ਮੋਸਟ ਆਇਲ ਥਰੂ ਆਊਟ, ਕਿ ਇਸ ਸਾਰੇ ਪੀਰੀਅਡ ਵਿੱਚ US ਸਭ ਤੋਂ ਜ਼ਿਆਦਾ ਮੋਸਟ ਆਇਲ ਕੰਜ਼ਿਊਮ ਕਰ ਰਿਹਾ ਹੈ, ਜਿਹੜਾ ਅਸੀਂ ਡਾਟਾ ਸੋਰਸ ਨੂੰ ਐਨਾਲਾਈਜ਼ ਕਰਕੇ ਦੇਖਿਆ ਹੈ। ਇਸ ਦੇ ਵਿੱਚ US ਵਾਲੀ ਇਹ ਲਾਈਨ ਆ ਤੇ ਸਾਰੇ ਹੀ ਪੀਰੀਅਡ ਵਿੱਚ ਇਹ ਸਭ ਤੋਂ ਜ਼ਿਆਦਾ ਆਇਲ ਕੰਜ਼ਿਊਮ ਕਰ ਰਿਹਾ, ਸਭ ਤੋਂ ਜ਼ਿਆਦਾ ਕੰਜ਼ੰਪਸ਼ਨ ਆਇਲ ਦੀ US ਵਿੱਚ ਆ। ਇਸ ਨੂੰ ਅਸੀਂ ਓਵਰਵਿਊ ਦੀ ਫਸਟ ਲਾਈਨ ਦੇ ਵਿੱਚ ਲਿਖਿਆ ਇੱਥੋਂ ਤੱਕ, ਫਿਰ ਕੌਮਾ, ਦਿਸ ਇਜ਼ ਪ੍ਰੋਜੈਕਟਡ ਟੂ ਫਾਲ ਡਰਾਮੈਟਿਕਲੀ, ਕਿ ਇਹ ਆਉਣ ਵਾਲੇ ਟਾਈਮ ਦੇ ਵਿੱਚ ਘਟੇਗਾ, ਇਹ ਪ੍ਰੋਜੈਕਟ ਕੀਤਾ ਜਾ ਰਿਹਾ ਹੈ, ਇਸ ਦੇ ਬਾਰੇ ਪ੍ਰੈਡਿਕਸ਼ਨ ਲਗਾਈ ਜਾ ਰਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਦੀ ਕੰਜ਼ੰਪਸ਼ਨ ਘਟ ਜਾਣੀ ਹੈ, ਜਿਹੜੀ ਕਿ ਇਹ ਲਾਈਨ ਸ਼ੋ ਕਰ ਰਹੀ ਹੈ। ਸਟਾਰਟਿੰਗ ਦੇ ਵਿੱਚ ਜ਼ਿਆਦਾ ਸੀ, ਫਿਰ ਵੱਧ ਗਈ ਤੇ ਉਸ ਤੋਂ ਬਾਅਦ ਫਿਰ ਘਟ ਗਈ। ਇਸ ਨੂੰ ਅਸੀਂ ਇਹ ਵਾਲੀ ਲਾਈਨ ਦੇ ਵਿੱਚ ਲਿਖ ਦਿੱਤਾ। ਫਿਰ ਵੈਸਟਰਨ ਯੂਰਪ ਐਂਡ ਜਾਪਾਨ ਦੀ ਕੰਜ਼ੰਪਸ਼ਨ ਦੱਸ ਰਹੇ ਹਾਂ, ਇਹਨਾਂ ਦੋਨਾਂ ਦੀ ਕੰਬਾਈਨ ਆ ਇਹ ਵਾਲੀ ਲਾਈਨ ਆ ਜਿਹੜੀ, ਇਹ ਸਭ ਤੋਂ ਘਟ ਰਹੀ ਆ। ਲਿਖਿਆ ਇਸ ਨੂੰ ਅਸੀਂ will continue to decline to become the lowest, ਕਿ ਇਹ ਘਟਦੀ ਜਾਏਗੀ ਤੇ ਸਭ ਤੋਂ ਘੱਟ ਹੋਏਗੀ ਐਂਡ ਤੇ ਜਾ ਕੇ, ਇਹ ਬਾਕੀ ਸਾਰੇ ਰੀਜ਼ਨਸ ਨਾਲੋਂ ਇਸ ਦੀ ਘੱਟ ਹੋਏਗੀ। ਦੇਖੋ ਜਿੱਥੇ ਮੇਰਾ ਕਰਸਰ ਜਾ ਰਿਹਾ, ਪੁਆਇੰਟ ਕਰ ਰਿਹਾ, ਇਹ ਵਾਲੀ ਲਾਈਨ ਸਭ ਤੋਂ ਘੱਟ ਆ, ਬਾਕੀ ਤਿੰਨੋਂ ਰੀਜ਼ਨਸ ਦੀਆਂ ਐਂਡ ਵਾਲੀਆਂ ਲਾਈਨ ਇਸ ਤੋਂ ਉੱਪਰ ਨੇ, ਮੀਨਸ ਇਹ ਸਾਰਿਆਂ ਤੋਂ ਲੋਐਸਟ ਪੁਆਇੰਟ ਤੇ ਆ। ਇਸ ਨੂੰ ਅਸੀਂ ਇਸ ਲਾਈਨ ਦੇ ਵਿੱਚ ਲਿਖਿਆ ਹੈ become the lowest, ਇਹ ਵਾਲੀ ਲਾਈਨ ਹੈ ਇੱਥੋਂ ਤੱਕ। while consumption will increase steadily in the Middle East and China, ਹਾਲਾਂਕਿ ਮਿਡਲ ਈਸਟ ਤੇ ਚਾਈਨਾ ਇਹਨਾਂ ਦੋਨੋਂ ਰੀਜ਼ਨਸ ਦੀ ਕੰਜ਼ੰਪਸ਼ਨ ਇਨਕਰੀਜ਼ ਹੋਏਗੀ ਹੌਲੀ ਹੌਲੀ। ਮਿਡਲ ਈਸਟ ਐਂਡ ਚਾਈਨਾ ਵਾਲੀ ਲਾਈਨਸ, ਇਹ ਦੋਨੋਂ ਲਾਈਨਸ ਆਪਣੇ ਸਟਾਰਟਿੰਗ ਪੁਆਇੰਟ ਤੋਂ ਉੱਪਰ ਨੇ, ਐਂਡ ਤੇ ਜਾ ਕੇ ਇਹ ਉੱਪਰ ਨੇ, ਮੀਨਸ ਇਹ ਸਟੈਡੀਲੀ ਇਨਕਰੀਜ਼ ਹੀ ਹੋਈਆਂ ਨੇ 2009 ਵਾਲੇ ਪੁਆਇੰਟ ਨਾਲੋਂ। ਇਸ ਨੂੰ ਅਸੀਂ ਇਹ ਲਾਸਟ ਲਾਈਨ ਦੇ ਵਿੱਚ ਲਿਖਿਆ। ਇਸ ਤਰ੍ਹਾਂ ਅਸੀਂ ਓਵਰਵਿਊ ਦੇ ਵਿੱਚ ਕੋਈ ਡਾਟਾ ਮੈਂਸ਼ਨ ਨਹੀਂ ਕੀਤਾ, ਜਸਟ ਨੇਮ ਦੱਸਿਆ ਕਿ ਕਿਸ ਰੀਜ਼ਨ ਦੀ ਕੰਜ਼ੰਪਸ਼ਨ ਵੱਧ ਰਹੀ ਆ, ਕਿਸ ਦੀ ਘਟ ਰਹੀ ਆ, ਉਹਨਾਂ ਨੂੰ ਅਸੀਂ ਕੀ ਫੀਚਰਸ ਨੂੰ ਆਇਡੈਂਟੀਫਾਈ ਕਰਕੇ ਲਿਖ ਦਿੱਤਾ। ਬਾਡੀ ਪੈਰਾਗ੍ਰਾਫ 1,
ਇਸ ਸਲਾਈਡ ਵਿੱਚ ਅਸੀਂ ਡਾਟਾ ਸੋਰਸ ਵਾਲਾ ਗ੍ਰਾਫ ਨਾਲ ਹੀ ਰੱਖਿਆ ਤਾਂ ਕਿ ਤੁਸੀਂ ਈਜ਼ੀਲੀ ਸਮਝ ਸਕੋ ਕਿ ਗ੍ਰਾਫ ਤੇ ਜੋ ਲਾਈਨਸ ਰਿਪਰੈਜ਼ੈਂਟ ਕਰ ਰਹੀਆਂ ਨੇ ਡਾਟਾ ਨੂੰ, ਉਹਨਾਂ ਨੂੰ ਅਸੀਂ ਆਪਣੀ ਬੋਡੀ ਪੈਰਾਗ੍ਰਾਫ ਦੇ ਵਿੱਚ ਕਿਸ ਤਰ੍ਹਾਂ ਲਿਖਿਆ ਹੈ। ਇਨ ਦਾ ਯੂਨਾਈਟਿਡ ਸਟੇਟਸ consumption began by hovering from 8 to 10 million from 2009 to 2015। ਸਭ ਤੋਂ ਪਹਿਲਾਂ ਅਸੀਂ US ਦੀ ਕੰਜੰਪਸ਼ਨ ਬਾਰੇ ਦੱਸਣ ਲੱਗੇ ਹਾਂ। ਇਹ ਵਾਲੀ ਲਾਈਨ US ਦੀ ਕੰਜੰਪਸ਼ਨ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਕਿੱਥੋਂ ਬਿਗਨ ਹੋਈ ਸੀ, ਕਿੱਥੋਂ ਸਟਾਰਟ ਹੋਈ ਸੀ ਇਹ 8 to 10 ਮਿਲੀਅਨ, ਇਹ ਵਾਲਾ ਇਸ ਦੇ ਵਿਚਕਾਰ ਇਹ ਚੱਲ ਰਹੀ ਸੀ। ਕਦੋਂ 2009 to 2015। ਇਹ ਵਾਲਾ ਇੱਥੋਂ ਲੈ ਕੇ ਇੱਥੋਂ ਤੱਕ ਵਾਲੇ ਪੋਰਸ਼ਨ ਨੂੰ ਅਸੀਂ ਇਸ ਲਾਈਨ ਦੇ ਵਿੱਚ ਲਿਖ ਰਹੇ ਹਾਂ ਕਿ ਸਟਾਰਟਿੰਗ ਇਸ ਦੀ 8 ਤੋਂ 10 ਮਿਲੀਅਨ ਬੈਰਲ ਦੀ ਕੰਜੰਪਸ਼ਨ ਦੇ ਨਾਲ ਹੋਈ ਸੀ, ਮਤਲਬ 15 ਤੱਕ ਇਹ 10 ਮਿਲੀਅਨ ਦੇ ਅਰਾਊਂਡ ਸੀ। ਇਸ ਚੀਜ਼ ਨੂੰ ਅਸੀਂ ਕਹਿ ਰਹੇ ਹਾਂ। ਦੋ a sudden or steep fall of 2 million can be seen between 2015 to 2025। ਹਾਲਾਂਕਿ 2015 ਤੋਂ 2025 ਦੇ ਵਿੱਚ ਇਸ ਦੇ ਵਿੱਚ 2 ਮਿਲੀਅਨ ਬੈਰਲ ਦਾ ਸਡਨ ਫਾਲ ਦੇਖਿਆ ਜਾ ਸਕਦਾ ਹੈ। 2015 ਤੋਂ 25 ਵਾਲਾ ਇੱਥੋਂ ਲੈ ਕੇ ਇੱਥੋਂ ਤੱਕ ਦਾ ਡਾਟਾ ਅਸੀਂ ਡਿਸਕ੍ਰਾਈਬ ਕਰ ਰਹੇ ਹਾਂ। ਇਸ ਪੀਰੀਅਡ ਦੇ ਵਿੱਚ ਇੱਕ ਸਡਨ ਫਾਲ ਆਇਆ, ਉਸ ਨੂੰ ਅਸੀਂ ਇੱਕ ਲਾਈਨ ਦੇ ਵਿੱਚ ਲਿਖ ਦਿੱਤਾ। then it will be stable till 2030। ਫਿਰ 2030 ਤੱਕ ਇਹ ਸਟੇਬਲ ਰਹੇਗਾ, ਇਸ ਦੀ ਕੰਜੰਪਸ਼ਨ ਸਟੇਬਲ ਰਹੇਗੀ। ਇਹ ਵਾਲਾ ਪਾਰਟ ਇੱਥੋਂ ਲੈ ਕੇ 2025 ਤੋਂ 30 ਤੱਕ, ਮਤਲਬ ਇਹ ਆਲਮੋਸਟ ਸਟੇਬਲ ਹੀ ਆ। ਸੋ ਇਸ ਤਰ੍ਹਾਂ ਅਸੀਂ ਇੱਥੋਂ ਤੱਕ US ਦੀ ਕੰਜੰਪਸ਼ਨ ਲਿਖ ਦਿੱਤੀ ਹੈ। ਨੈਕਸਟ ਵੈਸਟਰਨ ਯੂਰਪ ਐਂਡ ਜਾਪਾਨ। ਵੈਸਟਰਨ ਯੂਰਪ ਐਂਡ ਜਾਪਾਨ ਆਰ ਪ੍ਰੈਡਿਕਟਡ ਟੂ ਮੇਨਟੇਨ ਆ ਨੈਗੇਟਿਵ ਟ੍ਰੈਂਡ। ਹੁਣ ਇੱਥੇ ਅਸੀਂ ਵੈਸਟਰਨ ਯੂਰਪ ਐਂਡ ਜਾਪਾਨ ਇਸ ਰੀਜਨ ਦੇ ਡਾਟਾ ਨੂੰ ਡਿਸਕ੍ਰਾਈਬ ਕਰ ਰਹੇ ਹਾਂ। ਇਹ ਵਾਲੀ ਲਾਈਨ ਆ ਜਿਹੜੀ ਕਿ ਇਸ ਦਾ ਓਵਰਆਲ ਟ੍ਰੈਂਡ ਆ ਉਹ ਨੈਗੇਟਿਵ ਪ੍ਰੈਡਿਕਟ ਕੀਤਾ ਜਾ ਰਿਹਾ ਹੈ। ਪ੍ਰੈਡਿਕਟਡ ਟੂ ਮੇਨਟੇਨ ਆ ਨੈਗੇਟਿਵ ਟ੍ਰੈਂਡ, ਕਿ ਇਹ ਘਟੇਗੀ ਇਸ ਦੀ ਕੰਜੰਪਸ਼ਨ which started at less than 4 million barrel a day in 2009। ਕਿੱਥੋਂ ਸਟਾਰਟ ਹੋਈ ਸੀ? just less than 4 million barrel a day in 2009। 2009 ਦੇ ਵਿੱਚ 4 ਮਿਲੀਅਨ ਬੈਰਲ ਦੀ ਕੰਜੰਪਸ਼ਨ ਸੀ ਲਗਭਗ, ਉਸ ਤੋਂ ਥੋੜੀ ਜੀ ਘੱਟ ਸੀ। and will end at just below 2 million, ਜਿਹੜੀ ਕਿ ਖਤਮ ਹੋਏਗੀ 2 ਮਿਲੀਅਨ। 2030 ਤੱਕ ਦਾ ਸਾਨੂੰ ਡਾਟਾ ਦਿੱਤਾ ਹੋਇਆ, ਮਤਲਬ ਇਹ 2030 ਦੇ ਵਿੱਚ 2 ਮਿਲੀਅਨ ਤੋਂ ਥੋੜੀ ਜੀ ਘੱਟ ਹੋਏਗੀ। ਇੱਥੋਂ ਤੱਕ ਅਸੀਂ ਡਿਸਕ੍ਰਾਈਬ ਕਰ ਦਿੱਤਾ ਹੈ। ਬੋਡੀ ਪੈਰਾਗ੍ਰਾਫ 1 ਦੇ ਵਿੱਚ ਅਸੀਂ ਦੋ ਰੀਜ਼ਨਸ ਦਾ ਡਾਟਾ ਡਿਸਕ੍ਰਾਈਬ ਕੀਤਾ ਹੈ, ਯੂਨਾਈਟਿਡ ਸਟੇਟਸ ਐਂਡ ਦੂਸਰਾ ਰੀਜ਼ਨ ਕੰਬਾਈਨ ਕੀਤਾ ਹੋਇਆ ਵੈਸਟਰਨ ਯੂਰਪ ਐਂਡ ਜਾਪਾਨ। ਇਹਨਾਂ ਦੋਨਾਂ ਦਾ ਅਸੀਂ ਡਾਟਾ ਇੱਥੇ ਡਿਸਕ੍ਰਾਈਬ ਕਰ ਦਿੱਤਾ ਹੈ। ਇੱਕ ਸਭ ਤੋਂ ਟੌਪ ਤੇ ਆ, ਉਸ ਦੀ ਕੰਜੰਪਸ਼ਨ US ਦੀ, ਤੇ ਦੂਸਰੇ ਵਾਲੇ ਰੀਜ਼ਨ ਦੀ ਸਭ ਤੋਂ ਘੱਟ ਆ। ਮਤਲਬ ਇਹਨਾਂ ਦੋਨਾਂ ਦਾ ਇੱਕ ਤਰ੍ਹਾਂ ਨਾਲ ਅਸੀਂ ਕੰਪੈਰੀਜ਼ਨ ਵੀ ਕਰ ਦਿੱਤਾ ਤੇ ਟ੍ਰੈਂਡ ਵੀ ਅਸੀਂ ਦੱਸ ਦਿੱਤਾ ਕਿ ਜਿਹੜਾ ਸੈਕਿੰਡ ਵਾਲਾ ਰੀਜ਼ਨ ਆ ਵੈਸਟਰਨ ਯੂਰਪ ਐਂਡ ਜਾਪਾਨ ਵਾਲਾ, ਉਸ ਦਾ ਓਵਰਆਲ ਟ੍ਰੈਂਡ ਨੈਗੇਟਿਵ ਆ, ਮੀਨਸ ਉਸ ਦੀ ਕੰਜੰਪਸ਼ਨ ਘਟ ਹੀ ਰਹੀ ਆ। ਤੇ ਅਲੱਗ-ਅਲੱਗ ਅਸੀਂ ਵੋਕੈਬ ਯੂਜ਼ ਕਰ ਰਹੇ ਹਾਂ, ਜਿੱਦਾਂ ਇਹ ਅੰਡਰਲਾਈਨ ਕੀਤੇ ਹੋਏ ਵਰਡ ਨੇ। ਹੋਵਰਿੰਗ, ਸਡਨ ਮੀਨਸ ਅਚਾਨਕ ਕੋਈ ਚੀਜ਼ ਘਟਣਾ ਜਾਂ ਵਧਣਾ, ਉਸ ਦੇ ਲਈ ਆਪਾਂ ਸਡਨ ਯੂਜ਼ ਕੀਤਾ। ਪ੍ਰੈਡਿਕਟਡ ਕਿ ਕੋਈ ਚੀਜ਼ ਪ੍ਰੈਡਿਕਟ ਕੀਤੀ ਗਈ, ਇਸ ਦੇ ਬਾਰੇ ਭਵਿੱਖਬਾਣੀ ਕੀਤੀ ਗਈ। ਨਾਓ ਮੂਵਿੰਗ ਟੂ ਬੋਡੀ ਪੈਰਾਗ੍ਰਾਫ 2। ਦੋ ਰੀਜ਼ਨਸ ਨੂੰ ਅਸੀਂ ਬੋਡੀ ਪੈਰਾਗ੍ਰਾਫ 1 ਦੇ ਵਿੱਚ ਡਿਸਕ੍ਰਾਈਬ ਕਰ ਚੁੱਕੇ ਹਾਂ। ਦੋ ਰੀਜ਼ਨਸ ਰਹਿ ਗਏ ਆਪਣੇ ਕੋਲੇ, ਚਾਈਨਾ ਐਂਡ ਮਿਡਲ ਈਸਟ। ਚਾਈਨਾ ਵਾਲੀ ਲਾਈਨ ਬਲੈਕ ਹਾਈਫਨ ਵਾਲੀ ਲਾਈਨ ਆ ਤੇ ਮਿਡਲ ਈਸਟ ਵਾਲੀ ਬਲੈਕ ਐਂਡ ਵਾਈਟ ਵਾਲੀ ਆ, ਇਹ ਵਾਲੀ ਨੀਚੇ ਵਾਲੀ। ਚਾਈਨਾ ਐਂਡ ਦਾ ਮਿਡਲ ਈਸਟ ਬੋਥ ਕਮੈਂਸਡ ਐਟ ਜਸਟ ਲੈਸ ਦੈਨ 2 ਮਿਲੀਅਨ ਬੈਰਲ। ਹੁਣ ਫਸਟ ਲਾਈਨ ਦੇ ਵਿੱਚ ਅਸੀਂ ਲਿਖਿਆ ਕਿ ਇਹ ਦੋਨੋਂ ਰੀਜ਼ਨਸ ਕਿੱਥੋਂ ਸ਼ੁਰੂ ਹੋਏ ਸੀ? ਜਸਟ ਲੈਸ ਦੈਨ 2 ਮਿਲੀਅਨ ਬੈਰਲ। ਦੋਨਾਂ ਦੀ ਸਟਾਰਟਿੰਗ ਆਲਮੋਸਟ ਸੇਮ ਆ, ਇੱਥੋਂ ਸ਼ੁਰੂ ਹੋਏ ਸੀ, ਇਹ ਅਸੀਂ ਦੱਸ ਦਿੱਤਾ। ਫਿਰ ਇਹਨਾਂ ਨੂੰ ਅਲੱਗ-ਅਲੱਗ ਡਿਸਕ੍ਰਾਈਬ ਕਰ ਰਹੇ ਹਾਂ ਤੇ ਇਹਨਾਂ ਦਾ ਕੰਪੈਰੀਜ਼ਨ ਵੀ ਕਰਾਂਗੇ। ਦਾ ਫਾਰਮਰ ਕਿਸ ਨੂੰ ਕਿਹਾ? ਚਾਈਨਾ ਨੂੰ। ਕਿ ਪਹਿਲਾਂ ਵਾਲਾ ਜਿਹੜਾ ਜਿਸ ਦਾ ਅਸੀਂ ਪਹਿਲਾ ਨਾਮ ਲਿਆ, ਦੈਨ ਰੋਜ਼ ਕੁਇਕਲੀ, ਅਚਾਨਕ ਵਧਣ ਲੱਗ ਗਿਆ, ਵੱਧ ਗਿਆ। ਚਾਈਨਾ ਦੀ ਕੰਜੰਪਸ਼ਨ ਅਚਾਨਕ ਵਧਣ ਲੱਗ ਗਈ ਟੂ ਸਲਾਈਟਲੀ ਬਿਲੋ 4 ਮਿਲੀਅਨ ਬਾਏ ਦਾ ਪ੍ਰੈਜ਼ੈਂਟ ਪੀਰੀਅਡ। ਮਤਲਬ ਇੱਥੋਂ ਤੱਕ ਅਸੀਂ ਦੱਸ ਰਹੇ ਹਾਂ ਕਿ ਇਹ 4 ਮਿਲੀਅਨ ਤੱਕ ਪਹੁੰਚ ਗਈ ਇਸ ਦੀ ਕੰਜੰਪਸ਼ਨ। ਸਲਾਈਟਲੀ ਮੀਨਸ ਥੋੜੀ ਜੀ ਘੱਟ, ਸਲਾਈਟਲੀ ਬਿਲੋ ਥੋੜੀ ਜੀ ਘੱਟ 4 ਮਿਲੀਅਨ ਤੋਂ। ਐਂਡ ਇਜ਼ ਐਕਸਪੈਕਟਡ ਟੂ ਸਟੇਬਲ ਐਂਡ ਦੈਨ ਡਿਕਲਾਈਨ ਮਾਰਜਨਲੀ ਐਟ ਦਾ ਐਂਡ ਆਫ ਦਾ ਟਾਈਮ ਸਰਵੇ। ਉਸ ਤੋਂ ਬਾਅਦ ਕੀ ਐਕਸਪੈਕਟ ਕੀਤੀ ਜਾ ਰਹੀ ਹੈ? ਐਕਸਪੈਕਟ ਇਸ ਕਰਕੇ ਲਿਖਿਆ ਕਿਉਂਕਿ ਉਹ ਫਿਊਚਰ ਦਾ ਹੋ ਗਿਆ। ਇੱਥੋਂ ਤੱਕ ਅਸੀਂ 2023 ਮੰਨ ਲਿਆ ਕਿ 2023 ਤੱਕ ਇਹ ਥੋੜੀ ਵਧੀ ਇੱਕਦਮ, ਫਿਰ ਉਸ ਤੋਂ ਬਾਅਦ ਥੋੜਾ ਟਾਈਮ ਸਟੇਬਲ ਹੋ ਕੇ ਫਿਰ ਇਹ ਘਟੇਗੀ, ਫਿਊਚਰ ਬਾਰੇ ਦੱਸਣ ਲੱਗ ਗਏ। ਦੈਨ ਡਿਕਲਾਈਨ ਮਾਰਜਨਲੀ ਐਟ ਦਾ ਐਂਡ ਆਫ ਦਾ ਟਾਈਮ ਸਰਵੇ, ਮਤਲਬ ਥੋੜੀ ਘਟਣ ਲੱਗ ਗਈ, ਹੌਲੀ ਹੌਲੀ ਡਿਕਲਾਈਨ ਕਰਨ ਲੱਗ ਗਈ। ਮਾਰਜਨਲੀ ਮੀਨਸ ਹੌਲੀ ਹੌਲੀ, ਐਟ ਦਾ ਐਂਡ ਆਫ ਟਾਈਮ ਸਰਵੇ, ਜਿੰਨੇ ਟਾਈਮ ਦਾ ਸਰਵੇ ਕੀਤਾ ਗਿਆ ਹੈ ਉਸ ਦੇ ਐਂਡ ਤੇ ਜਾ ਕੇ ਇਹ ਥੋੜੀ ਥੋੜੀ ਘਟਣ ਲੱਗੇਗੀ। ਇਹ ਵਾਲਾ ਅਸੀਂ ਲਾਈਨ ਦੇ ਵਿੱਚ ਲਿਖ ਦਿੱਤਾ। ਇੱਥੋਂ ਲੈ ਕੇ ਲਾਸਟ ਤੱਕ ਦਾ ਡਾਟਾ ਦੇ ਰਹੇ ਹਾਂ, ਠੀਕ ਹੈ ਜੀ। ਦੈਨ ਦਾ ਲੈਟਰ
will undertake a steadier rise and both regions will likely be at almost the same level, around 3 million barrels by 2030। ਮਤਲਬ 2030 ਦੇ ਐਂਡ ਤੱਕ ਇਹ ਦੋਨੋਂ ਰੀਜਨਸ ਦਾ ਲੈਵਲ ਸੇਮ ਹੋਏਗਾ, ਲਗਭਗ ਅਰਾਊਂਡ 3 ਮਿਲੀਅਨ ਬੈਰਲ। ਦੋਨੋਂ ਰੀਜਨ ਕਿਹੜੇ ਕਿਹੜੇ? ਚਾਈਨਾ ਐਂਡ ਮਿਡਲ ਈਸਟ। ਦੋਨਾਂ ਨੂੰ ਅਲੱਗ-ਅਲੱਗ ਲਿਖਿਆ ਤੇ ਫਿਰ ਉਹਨਾਂ ਦਾ ਕੰਪੈਰੀਜ਼ਨ ਕਰ ਰਹੇ ਹਾਂ ਇੱਥੇ। ਇਹਨਾਂ ਰੀਜਨਸ ਦੇ ਨੇਮ ਦੀ ਰੈਪੀਟੀਸ਼ਨ ਅਵੋਇਡ ਕਰਨ ਲਈ ਅਸੀਂ ਚਾਈਨਾ ਐਂਡ ਮਿਡਲ ਈਸਟ ਨੂੰ ਦੂਸਰੀ ਵਾਰੀ ਜਦੋਂ ਲਿਖਣਾ ਸੀ ਫਿਰ ਅਸੀਂ ਦਾ ਫਾਰਮਰ ਐਂਡ ਦਾ ਲੈਟਰ ਇਹ ਵਾਲੇ ਵਰਡ ਯੂਜ਼ ਕੀਤੇ ਆ ਤਾਂ ਕਿ ਅਸੀਂ ਰੈਪੀਟੀਸ਼ਨ ਨੂੰ ਅਵੋਇਡ ਕਰ ਸਕੀਏ। ਇਸ ਤਰ੍ਹਾਂ ਅਸੀਂ ਗ੍ਰਾਫ ਵਿੱਚ ਦਿੱਤੇ ਹੋਏ ਡਾਟਾ ਨੂੰ ਡਿਸਕ੍ਰਾਈਬ ਕਰ ਦਿੱਤਾ। ਮੋਰ ਦੈਨ 150 ਵਰਡਸ, 150 ਵਰਡਸ ਤੋਂ ਜ਼ਿਆਦਾ ਹੀ ਲਿਖਿਆ ਸੀ। ਮੇਰੇ ਅਕੋਰਡਿੰਗ 180 ਦੇ ਅਰਾਊਂਡ ਵਰਡ ਹੋਣਗੇ ਇਹ ਵਾਲੇ। ਸੋ ਇੱਥੋਂ ਤੱਕ ਅਸੀਂ ਲੈ ਗਏ ਆਪਣੀ ਰਾਈਟਿੰਗ ਨੂੰ ਤੇ ਜੋ ਸਾਡੇ ਤੋਂ ਪੁੱਛਿਆ ਗਿਆ ਸੀ ਕੁਐਸਚਨ ਦੇ ਵਿੱਚ ਉਹ ਸਾਰਾ ਅਸੀਂ ਆਨਸਰ ਕੀਤਾ ਹੈ। ਜਿੱਥੇ ਅਸੀਂ ਡਾਟਾ ਦੇਣਾ ਸੀ ਉੱਥੇ ਡਾਟਾ ਮੈਂਸ਼ਨ ਕੀਤਾ ਹੈ, ਜਿੱਥੇ ਕੰਪੈਰੀਜ਼ਨ ਕਰਨਾ ਸੀ ਉੱਥੇ ਅਸੀਂ ਕੰਪੈਰੀਜ਼ਨ ਕਰ ਰਹੇ ਹਾਂ। ਹੁਣ ਇਹਨਾਂ ਦੋਨੋਂ ਰੀਜ਼ਨ ਦੇ ਲਈ ਅਸੀਂ ਕਿਹਾ ਹੈ ਕਿ ਇੱਕ ਵੱਧ ਕੇ ਫਿਰ ਘਟੇਗਾ ਤੇ ਦੂਸਰਾ ਸਟੈਡਲੀ ਗਰੋਥ ਕਰੇਗਾ ਤੇ ਦੋਨਾਂ ਨੂੰ ਅਸੀਂ BP2 ਦੇ ਵਿੱਚ ਡਿਸਕ੍ਰਾਈਬ ਕਰ ਦਿੱਤਾ। ਨੈਕਸਟ ਵੀਡੀਓ ਵਿੱਚ ਕਿਸੇ ਹੋਰ ਟੌਪਿਕ ਤੇ ਡਿਸਕਸ਼ਨ ਕਰਾਂਗੇ। ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਾ ਵੀਡੀਓ।